Good morning, students. In this lecture, we discuss income effect. ਕਿਸੇ ਵੀ ਕੰਜ਼ਿਊਮਰ ਦੇ ਇਕੁਲਿਬਰੀਅਮ ਦੇ ਉੱਤੇ ਕਿਸੇ ਕੰਜ਼ਿਊਮਰ ਦੀ ਇਨਕਮ ਵਿੱਚ ਚੇਂਜ ਹੋਣ ਦੇ ਨਾਲ ਐਂਡ ਪ੍ਰਾਈਸ ਆਫ ਸਬਸਟੀਟਿਊਟਸ ਗੁੱਡਸ ਵਿੱਚ ਚੇਂਜ ਹੋਣ ਦੇ ਨਾਲ ਅਤੇ ਗੁੱਡਸ ਦੀ ਆਪਣੀ ਪ੍ਰਾਈਸ ਵਿੱਚ ਚੇਂਜ ਹੋਣ ਦੇ ਨਾਲ ਕੰਜ਼ਿਊਮਰ ਦੇ ਇਕੁਲਿਬਰੀਅਮ ਦੇ ਉੱਪਰ ਇਫੈਕਟ ਪੈਂਦਾ ਆ। ਇਹਨਾਂ ਚੇਂਜ ਨੂੰ ਕੀ ਕਹਿੰਦੇ ਆ? ਇਨਕਮ ਇਫੈਕਟ, ਸਬਸਟੀਟਿਊਟਸ ਇਫੈਕਟ ਐਂਡ ਪ੍ਰਾਈਸ ਇਫੈਕਟ. In this lecture, we discuss income effect. The income effect may be defined as the effect on the purchase of the consumer caused by change in income if price remain constant. ਇਨਕਮ ਇਫੈਕਟ ਕੀ ਆ ਕਿ ਜਦੋਂ ਕਿਸੇ ਕੰਜ਼ਿਊਮਰ ਦੀ ਇਨਕਮ ਦੇ ਵਿੱਚ ਚੇਂਜ ਆਉਂਦਾ ਆ ਉਸ ਦੇ ਨਾਲ ਕੰਜ਼ਿਊਮਰ ਦੇ ਪਰਚੇਸ ਦੇ ਵਿੱਚ ਕੀ ਚੇਂਜ ਆਉਂਦਾ ਆ। ਸਪੋਜ਼ ਕਿ ਅਦਰ ਥਿੰਗਸ ਬੀਇੰਗ ਇਕੁਅਲ, ਇਸ ਦਾ ਮਤਲਬ ਹੈ ਕਿ ਜਦੋਂ ਗੁੱਡਸ ਦੀ ਆਪਣੀ ਪ੍ਰਾਈਸ ਸਬਸਟੀਟਿਊਟ ਗੁੱਡਸ ਦੀ ਪ੍ਰਾਈਸ ਵਿੱਚ ਕੋਈ ਚੇਂਜ ਨਹੀਂ ਆਉਂਦਾ, ਉਹ ਕੌਨਸਟੈਂਟ ਰਹਿੰਦੀ ਆ, ਦੈਨ ਕੰਜ਼ਿਊਮਰ ਦੀ ਇਨਕਮ ਦੇ ਵਿੱਚ ਚੇਂਜ ਆਉਣ ਦੇ ਨਾਲ ਜਿਹੜਾ ਸੈਟਿਸਫੈਕਸ਼ਨ ਆਫ ਦੀ ਕੰਜ਼ਿਊਮਰ ਆ ਉਹ ਵੀ ਚੇਂਜ ਹੁੰਦਾ ਹੈ। ਸਪੋਜ਼ other things being equal, increase in income increase the satisfaction of the consumer. ਕਿ ਜਦੋਂ ਕੰਜ਼ਿਊਮਰ ਦੀ ਇਨਕਮ ਇਨਕਰੀਜ਼ ਕਰਦੀ ਆ ਅਤੇ ਉਸ ਨਾਲ ਜਿਹੜਾ ਕੰਜ਼ਿਊਮਰ ਦਾ ਸੈਟਿਸਫੈਕਸ਼ਨ ਵੀ ਇਨਕਰੀਜ਼ ਕਰਦਾ ਆ। ਅਗਰ ਕੰਜ਼ਿਊਮਰ ਦੀ ਇਨਕਮ ਡਿਕਰੀਜ਼ ਕਰਦੀ ਆ ਦੈਨ ਉਸ ਪੁਆਇੰਟ 'ਤੇ ਕੰਜ਼ਿਊਮਰ ਦਾ ਸੈਟਿਸਫੈਕਸ਼ਨ ਲੈਵਲ ਵੀ ਡਿਕਰੀਜ਼ ਕਰਦਾ, ਕਿਉਂਕਿ ਇਨਕਮ ਡਿਕਰੀਜ਼ ਹੋਣ ਦੇ ਨਾਲ ਉਹ ਪਹਿਲਾਂ ਨਾਲੋਂ ਘੱਟ ਕੁਆਂਟਿਟੀ ਪਰਚੇਜ਼ ਕਰੇਗਾ ਗੁੱਡਸ ਦੀ। Now first point is effect of increase in income. As a result of increase in income of the consumer, his satisfaction level rises and he will be on higher indifference curve. ਜਦੋਂ ਵੀ ਕਿਸੇ ਕੰਜ਼ਿਊਮਰ ਦੀ ਇਨਕਮ ਇਨਕਰੀਜ਼ ਕਰਦੀ ਆ, ਜਦੋਂ ਕੰਜ਼ਿਊਮਰ ਦੀ ਇਨਕਮ ਜ਼ਿਆਦਾ ਹੁੰਦੀ ਹੈ, ਇਨਕਰੀਜ਼ ਕਰਦੀ ਹੈ, ਦੈਨ ਉਸਦਾ ਸੈਟਿਸਫੈਕਸ਼ਨ ਲੈਵਲ ਵੀ ਰਾਈਜ਼ ਹੁੰਦਾ ਹੈ ਐਂਡ ਹੀ ਵਿਲ ਬੀ ਔਨ ਦਾ ਹਾਇਰ ਇੰਡੀਫਰੈਂਸ ਕਰਵ, ਉਹ ਹਾਇਰ ਇੰਡੀਫਰੈਂਸ ਦੇ ਕਰਵ 'ਤੇ ਹੋਵੇਗਾ ਉਸ ਟਾਈਮ। ਸਪੋਜ਼ ਫਿਗਰ 19 ਦੇ ਵਿੱਚ ਏ ਬੀ ਲਾਈਨ ਇਨੀਸ਼ੀਅਲ ਬਜਟ ਲਾਈਨ ਆ ਐਂਡ IC1 ਇਜ਼ ਦਾ ਇਨੀਸ਼ੀਅਲ ਇੰਡੀਫਰੈਂਸ ਕਰਵ। ਜਿਸ ਜਗ੍ਹਾ 'ਤੇ ਇੰਡੀਫਰੈਂਸ ਕਰਵ ਐਂਡ ਬਜਟ ਲਾਈਨ ਇੱਕ ਦੂਸਰੇ ਨੂੰ ਟੈਂਜੈਂਟ ਕਰਦੇ ਆ, ਇੱਕ ਦੂਸਰੇ ਨੂੰ ਟੱਚ ਕਰਦੇ ਆ, ਉਸ ਜਗ੍ਹਾ 'ਤੇ ਕੀ ਹੁੰਦਾ? ਕੰਜ਼ਿਊਮਰ ਇਕੁਲਿਬਰੀਅਮ, ਜਿਵੇਂ ਕਿ ਅਸੀਂ ਆਪਣੇ ਪ੍ਰੀਵੀਅਸ ਲੈਕਚਰ ਵਿੱਚ ਪੜ੍ਹਿਆ ਸੀ, ਈ ਪੁਆਇੰਟ ਦੇ ਉੱਪਰ ਕੰਜ਼ਿਊਮਰ ਇਕੁਲਿਬਰੀਅਮ ਕੰਡੀਸ਼ਨ ਵਿੱਚ ਆ, ਉਹ OQ ਐਪਲ ਪਰਚੇਜ਼ ਕਰ ਰਿਹਾ ਹੈ ਐਂਡ OP ਔਰੰਜ ਦੀ ਕੁਆਂਟਿਟੀ ਨੂੰ। ਸਪੋਜ਼ ਕਿ ਜਦੋਂ ਕੰਜ਼ਿਊਮਰ ਦੀ ਇਨਕਮ ਇਨਕਰੀਜ਼ ਕਰ ਜਾਂਦੀ ਆ ਬਟ ਬੋਥ ਗੁੱਡਸ ਦੀ ਜਿਹੜੀ ਪ੍ਰਾਈਸ ਆ ਉਹ ਕੀ ਸੇਮ ਰਹਿੰਦੀ, ਉਹਨਾਂ ਵਿੱਚ ਕੋਈ ਚੇਂਜ ਨਹੀਂ ਹੁੰਦਾ। ਕੰਜ਼ਿਊਮਰ ਦੀ ਇਨਕਮ ਚੇਂਜ ਹੋਣ ਦੇ ਨਾਲ ਬਜਟ ਲਾਈਨ ਸ਼ਿਫਟ ਕਰਕੇ ਅਪ ਹੋ ਜਾਏਗੀ, C ਐਂਡ D ਬਣ ਜਾਏਗੀ ਐਂਡ ਇੰਡੀਫਰੈਂਸ ਕਰਵ ਵੀ ਇਨਕਰੀਜ਼ ਕਰੇਗੀ, ਰਾਈਟ ਹੈਂਡ ਸਾਈਡ ਸ਼ਿਫਟ ਕਰੇਗੀ, ਦੈਟ ਇਜ਼ IC1। ਕੰਜ਼ਿਊਮਰ ਕੀ ਕਰੇਗਾ? ਜ਼ਿਆਦਾ ਇਨਕਮ ਹੋਣ ਦੇ ਨਾਲ ਉਹ E1 ਪੁਆਇੰਟ 'ਤੇ ਇਕੁਲਿਬਰੀਅਮ ਵਿੱਚ ਹੋਏਗਾ, ਦੈਟ ਮੀਨਸ ਕਿ ਉਹ ਦੋਨੋਂ ਗੁੱਡਸ ਦੀ ਜ਼ਿਆਦਾ ਕੁਆਂਟਿਟੀ ਨੂੰ ਪਰਚੇਜ਼ ਕਰੇਗਾ। ਹੁਣ ਨੈਕਸਟ ਇਜ਼ ਅਫੈਕਟ ਆਫ ਡਿਕਰੀਜ਼ ਇਨ ਇਨਕਮ। As a result of decrease in income of the consumer, his satisfaction level falls and he will be on lower indifference curve. That means ਕਿ ਜਦੋਂ ਕੰਜ਼ਿਊਮਰ ਦੀ ਇਨਕਮ ਡਿਕਰੀਜ਼ ਕਰਦੀ ਆ ਉਸਦਾ ਸੈਟਿਸਫੈਕਸ਼ਨ ਲੈਵਲ ਕੀ ਹੁੰਦਾ? ਫਾਲ ਹੁੰਦਾ ਆ, ਘੱਟ ਜਾਂਦਾ ਆ, ਕਿ ਉਹ ਕੀ ਹੋਏਗਾ? ਲੋਅਰ ਇੰਡੀਫਰੈਂਸ ਕਰਵ ਵੱਲ 'ਤੇ ਹੋਵੇਗਾ। ਸਪੋਜ਼ ਫਿਗਰ 20 ਵਿੱਚ AB ਕੀ ਆ? ਓਰੀਜਨਲ ਜਾਂ ਇਨੀਸ਼ੀਅਲ ਬਜਟ ਲਾਈਨ ਆ ਐਂਡ IC1 ਇਜ਼ ਇਨੀਸ਼ੀਅਲ ਇੰਡੀਫਰੈਂਸ ਕਰਵ। ਈ ਪੁਆਇੰਟ 'ਤੇ ਇਕੁਲਿਬਰੀਅਮ ਕੰਡੀਸ਼ਨ ਵਿੱਚ ਆ, ਕਿਉਂਕਿ ਈ ਪੁਆਇੰਟ 'ਤੇ ਇੰਡੀਫਰੈਂਸ ਕਰਵ 'ਤੇ ਬਜਟ ਲਾਈਨ ਇੱਕ ਦੂਸਰੇ ਨੂੰ ਟੱਚ ਕਰ ਰਹੀਆਂ, ਦੈਟ ਮੀਨਸ ਕਿ ਉਹ ਕੀ ਪਰਚੇਜ਼ ਕਰ ਰਿਹਾ ਹੈ? OP1 ਲਿਖ ਲਓ ਐਂਡ OQ1 ਕੁਆਂਟਿਟੀ ਨੂੰ ਪਰਚੇਜ਼ ਕਰ ਰਿਹਾ ਇਸ ਜਗ੍ਹਾ 'ਤੇ। ਜਦੋਂ ਕੰਜ਼ਿਊਮਰ ਦੀ ਇਨਕਮ ਡਿਕਰੀਜ਼ ਕਰਦੀ ਆ ਅਤੇ ਬਜਟ ਲਾਈਨ ਬੈਕਵਰਡ ਸ਼ਿਫਟ ਕਰ ਜਾਂਦੀ ਆ ਲੈਫਟ ਹੈਂਡ ਸਾਈਡ, ਉਸ ਕਾਰਨ ਇੰਡੀਫਰੈਂਸ ਕਰ ਵੀ ਬੈਕਵਰਡ ਸ਼ਿਫਟ ਕਰਦੀ ਆ, ਦੈਟ ਇਜ਼ IC1। ਹੁਣ IC1 ਅਤੇ ਬਜਟ ਲਾਈਨ CD E ਪੁਆਇੰਟ 'ਤੇ E1 ਪੁਆਇੰਟ 'ਤੇ ਇੱਕ ਦੂਸਰੇ ਨੂੰ ਟੱਚ ਕਰ ਰਹੀਆਂ, ਇਸ ਲਈ ਕੰਜ਼ਿਊਮਰ ਕੀ ਕਰੇਗਾ? ਇਸ ਤੋਂ ਕੀ ਸ਼ੋਰ ਹੈ ਕਿ ਕੰਜ਼ਿਊਮਰ ਦੀ ਜਦੋਂ ਇਨਕਮ ਡਿਕਰੀਜ਼ ਹੋਈ ਆ ਉਹ ਕੀ ਔਰੰਜ ਅਤੇ ਐਪਲ ਦੀ ਪਹਿਲਾਂ ਨਾਲੋਂ ਕੁਆਂਟਿਟੀ ਘੱਟ ਪਰਚੇਜ਼ ਕਰ ਰਿਹਾ, ਦੈਟ ਇਜ਼ OP ਐਂਡ OQ। ਦੈਟ ਮੀਨਸ ਕਿ ਜਦੋਂ ਕੰਜ਼ਿਊਮਰ ਦੀ ਇਨਕਮ ਇਨਕਰੀਜ਼ ਕਰਦੀ ਆ ਉਸਦਾ ਸੈਟਿਸਫੈਕਸ਼ਨ ਵੀ ਲੈਵਲ ਇਨਕਰੀਜ਼ ਕਰਦਾ, ਜਦੋਂ ਕੰਜ਼ਿਊਮਰ ਦੀ ਇਨਕਮ ਡਿਕਰੀਜ਼ ਕਰਦੀ ਉਸਦਾ ਸੈਟਿਸਫੈਕਸ਼ਨ ਲੈਵਲ ਵੀ ਡਿਕਰੀਜ਼ ਕਰਦਾ ਹੈ। Next is classification of goods. In order to study the nature of income effect, it is necessary to know about the classification of goods.
ਇਕਨੋਮਿਕਲੀ ਗੁੱਡਸ ਨੂੰ 3 ਕੈਟੇਗਰੀਜ਼ ਦੇ ਵਿੱਚ ਕਲਾਸੀਫਾਈਡ ਕੀਤਾ ਜਾਂਦਾ ਹੈ। ਫਸਟ ਇਜ਼ ਨਾਰਮਲ ਗੁੱਡਸ, ਸੈਕੰਡ ਇਜ਼ ਇਨਫੀਰੀਅਰ ਗੁੱਡਸ ਐਂਡ ਥਰਡ ਵਨ ਇਜ਼ ਗਿਫਨ ਗੁੱਡਸ। First is normal goods. Those goods whose income effect is positive but price effect is negative are called normal goods. ਜਿਹੜੀਆਂ ਗੁੱਡਸ ਦਾ ਇਨਕਮ ਇਫੈਕਟ ਪੋਜ਼ੀਟਿਵ ਹੁੰਦਾ, ਦੈਟ ਮੀਨਸ ਇਨਕਮ ਦੇ ਇਨਕਰੀਜ਼ ਹੋਣ ਦੇ ਨਾਲ ਉਹਨਾਂ ਦੀ ਡਿਮਾਂਡ ਜ਼ਿਆਦਾ ਹੁੰਦੀ ਆ, ਐਂਡ ਜਿਨ੍ਹਾਂ ਦਾ ਪ੍ਰਾਈਸ ਇਫੈਕਟ ਨੈਗੇਟਿਵ ਹੁੰਦਾ ਕਿ ਪ੍ਰਾਈਸ ਜ਼ਿਆਦਾ ਹੋਣ ਦੇ ਨਾਲ ਉਹਨਾਂ ਦੀ ਡਿਮਾਂਡ ਘੱਟ ਹੁੰਦੀ ਆ। ਇਨਕਮ ਇਫੈਕਟ ਜਿਨ੍ਹਾਂ ਦਾ ਪੋਜ਼ੀਟਿਵ ਹੋਵੇ ਐਂਡ ਪ੍ਰਾਈਸ ਇਫੈਕਟ ਨੈਗੇਟਿਵ ਹੋਵੇ, ਉਹ ਕੀ ਆ, ਉਹਨਾਂ ਨੂੰ ਨਾਰਮਲ ਗੁੱਡਸ ਕਿਹਾ ਜਾਂਦਾ ਹੈ। ਨਾਰਮਲ ਗੁੱਡਸ ਦਾ ਫਸਟ ਪੁਆਇੰਟ ਦੇਖੋ, ਪੋਜ਼ੀਟਿਵ ਇਨਕਮ ਇਫੈਕਟ ਮੀਨਸ ਦੈਟ ਡਿਮਾਂਡ ਇਨਕਰੀਜ਼ ਵਿਦ ਇਨਕਰੀਜ਼ ਇਨ ਇਨਕਮ ਐਂਡ ਡਿਕਰੀਜ਼ ਵਿਦ ਡਿਕਰੀਜ਼ ਇਨ ਇਨਕਮ। ਦਸ ਇਨਕਮ ਡਿਮਾਂਡ ਕਰਵ ਸਲੋਪ ਅਪਵਰਡਸ। ਪੋਜ਼ੀਟਿਵ ਵਿੱਚ ਕੀ ਆ ਕਿ ਇਨਕਮ ਨਾਲ ਇਹਦਾ ਪੋਜ਼ੀਟਿਵ ਰਿਲੇਸ਼ਨ ਹੁੰਦਾ, ਅਗਰ ਇਨਕਮ ਜ਼ਿਆਦਾ ਡਿਮਾਂਡ ਜ਼ਿਆਦਾ, ਇਨਕਮ ਘੱਟ ਅਤੇ ਡਿਮਾਂਡ ਘੱਟ, ਇਸ ਲਈ ਇਨਕਮ ਅਤੇ ਡਿਮਾਂਡ ਦਾ ਜਿਹੜਾ ਡਿਮਾਂਡ ਕਰਵ ਆ ਉਹ ਪੋਜ਼ੀਟਿਵ ਅਪਵਰਡ ਸਲੋਪ ਹੁੰਦਾ। ਨੈਕਸਟ ਇਜ਼ ਨੈਗੇਟਿਵ। ਜਿਹੜਾ ਪ੍ਰਾਈਸ ਇਫੈਕਟ ਹੁੰਦਾ ਨਾਰਮਲ ਗੁੱਡਸ ਦਾ ਉਹ ਨੈਗੇਟਿਵ ਹੁੰਦਾ। ਅਗਰ ਪ੍ਰਾਈਸ ਜ਼ਿਆਦਾ ਹੋਏਗੀ ਨਾਰਮਲ ਗੁੱਡਸ ਦੀ ਡਿਮਾਂਡ ਘੱਟ ਹੋਏਗੀ, ਅਗਰ ਪ੍ਰਾਈਸ ਘੱਟ ਹੋਏਗੀ ਤਾਂ ਨਾਰਮਲ ਗੁੱਡਸ ਦੀ ਡਿਮਾਂਡ ਜ਼ਿਆਦਾ ਹੋਏਗੀ। ਇਸ ਲਈ ਇਹਦੀ ਜਿਹੜੀ ਡਿਮਾਂਡ ਕਰਵ ਹੁੰਦੀ ਆ ਉਹ ਕੀ ਹੁੰਦੀ ਆ, ਡਾਊਨਵਰਡਸ। ਨੈਕਸਟ ਇਜ਼ ਇਨਫੀਰੀਅਰ ਗੁੱਡਸ। ਦੋਜ਼ ਗੁੱਡਸ whose income effect and price effects are negative are called inferior goods. ਉਹ ਗੁੱਡਸ ਜਿਨ੍ਹਾਂ ਦਾ ਇਨਕਮ ਇਫੈਕਟ ਅਤੇ ਪ੍ਰਾਈਸ ਇਫੈਕਟ ਕੀ ਹੁੰਦਾ ਹੈ, ਨੈਗੇਟਿਵ ਹੁੰਦਾ, ਉਹਨਾਂ ਨੂੰ ਕੀ ਕਿਹਾ ਜਾਂਦਾ, ਇਨਫੀਰੀਅਰ ਗੁੱਡਸ ਕਿਹਾ ਜਾਂਦਾ ਆ। ਇਨਫੀਰੀਅਰ ਗੁੱਡਸ ਦਾ ਇਨਕਮ ਇਫੈਕਟ ਅਤੇ ਪ੍ਰਾਈਸ ਇਫੈਕਟ ਦੋਨੋਂ ਕੀ ਹੁੰਦੇ, ਨੈਗੇਟਿਵ ਹੁੰਦੇ ਆ। ਫਸਟ ਇਜ਼ ਨੈਗੇਟਿਵ। ਜਦੋਂ ਇਨਕਮ ਇਨਕਰੀਜ਼ ਕਰਦੀ ਆ ਤਾਂ ਇਨਫੀਰੀਅਰ ਗੁੱਡਸ ਦੀ ਡਿਮਾਂਡ ਡਿਕਰੀਜ਼ ਕਰਦੀ ਆ, ਜਦੋਂ ਇਨਕਮ ਘੱਟਦੀ ਇਹਨਾਂ ਦੀ ਡਿਮਾਂਡ ਇਨਕਰੀਜ਼ ਕਰਦੀ ਆ। ਇਸ ਲਈ ਇਹਦੀ ਸਲੋਪ ਕੀ ਹੁੰਦੀ ਆ, ਡਾਊਨਵਰਡ ਸਲੋਪ ਹੁੰਦੀ। ਦੈਟ ਮੀਨਸ ਨੈਗੇਟਿਵ ਰਿਲੇਸ਼ਨ ਹੁੰਦਾ ਇਨਫੀਰੀਅਰ ਗੁੱਡਸ ਐਂਡ ਇਨਕਮ ਦੇ ਵਿੱਚ। ਪ੍ਰਾਈਸ ਐਂਡ ਇਨਫੀਰੀਅਰ ਗੁੱਡਸ ਦੇ ਵਿੱਚ ਵੀ ਨੈਗੇਟਿਵ ਹੁੰਦਾ। ਅਗਰ ਪ੍ਰਾਈਸ ਜ਼ਿਆਦਾ ਹੋਏਗੀ, ਅਸੀਂ ਕਿਉਂ ਇਨਫੀਰੀਅਰ ਗੁੱਡਸ ਦੀ ਡਿਮਾਂਡ ਜ਼ਿਆਦਾ ਕਰਾਂਗੇ। ਇਨਫੀਰੀਅਰ ਗੁੱਡਸ ਕਿਹੜੀਆਂ ਹੁੰਦੀਆਂ, ਜਿਹੜੀਆਂ ਲੋ ਕੁਆਲਿਟੀਜ਼ ਦੀ ਗੁੱਡਸ ਹੁੰਦੀਆਂ। ਪ੍ਰਾਈਸ ਅਗਰ ਜ਼ਿਆਦਾ ਹੋਏਗੀ ਡਿਮਾਂਡ ਘੱਟ ਹੋਏਗੀ, ਅਗਰ ਪ੍ਰਾਈਸ ਘੱਟ ਹੋਏਗੀ ਤਾਂ ਡਿਮਾਂਡ ਜ਼ਿਆਦਾ ਹੋਏਗੀ। ਇਸ ਲਈ ਇਹਨਾਂ ਗੁੱਡਸ ਦਾ ਜਿਹੜਾ ਡਿਮਾਂਡ ਕਰਵ ਹੁੰਦਾ ਉਹ ਵੀ ਡਾਊਨਵਰਡਸ ਹੁੰਦਾ। ਨੈਕਸਟ ਇਜ਼ ਗਿਫਨ ਗੁੱਡਸ। ਗਿਫਨ ਗੁੱਡਸ ਆਰ ਏ ਕਾਈਂਡ ਆਫ ਇਨਫੀਰੀਅਰ ਗੁੱਡਸ ਦੀ ਇੱਕ ਕਾਈਂਡ ਆ। ਸਰ ਰੋਬਰਟ ਗਿਫਨ ਵਾਜ਼ ਦਾ ਫਸਟ ਸਕੋਲਰ ਹੂ ਮੇਡ ਏ ਮੈਂਸ਼ਨ ਆਫ ਦੀਜ਼ ਗੁੱਡਸ। ਸਰ ਰੋਬਰਟ ਗਿਫਨ ਸੀ ਇੱਕ ਸਕੋਲਰ ਸੀ ਜਿਸ ਨੇ ਇਹਨਾਂ ਗੁੱਡਸ ਨੂੰ ਬਾਰੇ ਦੱਸਿਆ ਸੀ। ਦੈਟ ਇਜ਼ ਦਾ ਰੀਜ਼ਨ ਵਾਈ ਦੀਜ਼ ਆਰ ਕਾਲਡ ਗਿਫਨ ਗੁੱਡਸ। ਦੋਜ਼ ਗੁੱਡਸ ਹੂਜ਼ ਇਨਕਮ ਇਫੈਕਟ ਇਜ਼ ਨੈਗੇਟਿਵ ਬਟ ਪ੍ਰਾਈਸ ਇਫੈਕਟ ਇਜ਼ ਪੋਜ਼ੀਟਿਵ ਆਰ ਕਾਲਡ ਗਿਫਨ ਗੁੱਡਸ। ਜਿਹੜੀਆਂ ਗੁੱਡਸ ਦਾ ਇਨਕਮ ਇਫੈਕਟ ਨੈਗੇਟਿਵ ਹੁੰਦਾ ਹੈ ਬਟ ਪ੍ਰਾਈਸ ਇਫੈਕਟ ਪੋਜ਼ੀਟਿਵ ਹੁੰਦਾ ਹੈ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਗਿਫਨ ਗੁੱਡਸ। ਨੈਗੇਟਿਵ ਅਗਰ ਇਨਕਮ ਗਿਫਨ ਗੁੱਡਸ ਕੀ ਹੁੰਦੀਆਂ, ਜਦੋਂ ਇਨਕਮ ਇਨਕਰੀਜ਼ ਕਰਦੀ ਆ ਅਤੇ ਗਿਫਨ ਗੁੱਡਸ ਦੀ ਡਿਮਾਂਡ ਡਿਕਰੀਜ਼ ਕਰਦੀ ਆ। ਜਦੋਂ ਇਹਨਾਂ ਦੀ ਇਨਕਮ ਡਿਕਰੀਜ਼ ਕਰਦੀ ਆ, ਇਨਕਮ ਅਤੇ ਇਹਨਾਂ ਦੀ ਡਿਮਾਂਡ ਇਨਕਰੀਜ਼ ਕਰਦੀ ਆ। ਦੈਟ ਮੀਨਸ ਇਨਕਮ ਅਤੇ ਗਿਫਨ ਗੁੱਡਸ ਦੀ ਡਿਮਾਂਡ ਵਿੱਚ ਨੈਗੇਟਿਵ ਰਿਲੇਸ਼ਨ ਆ। ਨੈਕਸਟ ਇਜ਼ ਪ੍ਰਾਈਸ ਇਫੈਕਟ ਆਫ ਗਿਫਨ ਗੁੱਡਸ ਇਜ਼ ਪੋਜ਼ੀਟਿਵ। ਦੈਟ ਮੀਨਸ ਜਦੋਂ ਗਿਫਨ ਗੁੱਡਸ ਦੀ ਪ੍ਰਾਈਸ ਇਨਕਰੀਜ਼ ਕਰਦੀ ਆ ਅਤੇ ਇਹਨਾਂ ਦੀ ਡਿਮਾਂਡ ਵੀ ਇਨਕਰੀਜ਼ ਕਰਦੀ ਆ। ਜਦੋਂ ਗਿਫਨ ਗੁੱਡਸ ਦੀ ਪ੍ਰਾਈਸ ਡਿਕਰੀਜ਼ ਕਰਦੀ ਆ ਅਤੇ ਇਹਨਾਂ ਦੀ ਡਿਮਾਂਡ ਵੀ ਡਿਕਰੀਜ਼ ਕਰਦੀ ਆ। ਇਸ ਲਈ ਗਿਫਨ ਗੁੱਡਸ ਦਾ ਜਿਹੜਾ ਪ੍ਰਾਈਸ ਇਫੈਕਟ ਹੁੰਦਾ ਹੈ ਉਹ ਪੋਜ਼ੀਟਿਵ ਹੁੰਦਾ ਹੈ। ਇਸ ਲਈ ਇਸਨੂੰ ਕੀ ਕਹਿੰਦੇ ਆ, ਗਿਫਨ ਪੈਰਾਡੋਕਸ ਵੀ ਕਿਹਾ ਜਾਂਦਾ ਹੈ। ਨੈਕਸਟ income consumption curve. The income consumption curve is the curve which represents the equilibrium quantities of goods X and Y that would be purchased at various level of income while price remain constant. Income consumption curve ਕੀ ਸ਼ੋ ਕਰਦੀ ਆ, equilibrium quantities of two goods X and Y ਗੁੱਡਸ ਦੀ ਇਕੁਲਿਬਰੀਅਮ ਕੁਆਂਟਿਟੀ ਨੂੰ ਰੈਪਰਜੈਂਟ ਕਰਦੀ ਆ, ਜਿਸ ਨੂੰ ਇੱਕ ਕੰਜ਼ਿਊਮਰ ਆਪਣੇ ਵੇਰੀਅਸ ਲੈਵਲ ਆਫ ਇਨਕਮ 'ਤੇ ਪਰਚੇਜ਼ ਕਰ ਸਕਦਾ ਜਦੋਂ ਦੋਨੋਂ ਗੁੱਡਸ ਦੀ ਪ੍ਰਾਈਸ ਕੌਨਸਟੈਂਟ ਰਹਿੰਦੀ ਆ। In short, income consumption curve refers to the effect of change in income on the equilibrium of the consumer. In short ਕੀ ਆ, income consumption curve ਕੀ ਸ਼ੋ ਕਰਦੀ ਆ, in short ਕੀ ਆ ਕਿ ਕੰਜ਼ਿਊਮਰ ਦੀ ਇਨਕਮ ਦੇ ਵਿੱਚ ਚੇਂਜ ਹੋਣ ਦੇ ਨਾਲ ਕੰਜ਼ਿਊਮਰ ਦੇ ਇਕੁਲਿਬਰੀਅਮ ਦੇ ਵਿੱਚ ਕੀ ਚੇਂਜ ਆਉਂਦਾ ਹੈ, ਉਹ ਕੀ ਸ਼ੋ ਕਰਦਾ, ਇਨਕਮ ਕੰਜ਼ੰਪਸ਼ਨ ਕਰਵ। ਇਨਕਮ ਕੰਜ਼ੰਪਸ਼ਨ ਕਰਵ ਇਜ਼ ਐਕਸਪਲੇਨਡ ਵਿਦ ਦੀ ਹੈਲਪ ਆਫ ਫਿਗਰ 21। OX
ਉਹ ਐਕਸਿਸ ਤੇ ਐਪਲਸ ਨੂੰ ਦਾ ਕੁਆਂਟੀਟੀ ਦੀ ਗਿਵਨ ਆ ਐਂਡ ਓ ਵਾਈ ਤੇ ਔਰੰਜ ਦੀ ਕੁਆਂਟੀਟੀ ਗਿਵਨ ਆ। ਇਨਕਮ ਆਫ ਦੀ ਕੰਜ਼ਿਊਮਰ ਕੀ ਆ O and A in term of orange and in term of orange and OB in terms of ਐਪਲ। ਦੈਟ ਮੀਨ ਕਿ ਕੰਜ਼ਿਊਮਰ ਦੀ ਜਿਹੜੀ ਇਨਕਮ ਆ ਅਸੀਂ ਇਹ ਇੰਜ਼ਿਊਮ ਕਰਕੇ ਚੱਲਦੇ ਹਾਂ ਉਹ ਦੋ ਗੁੱਡਸ 'ਤੇ ਸਾਰੀ ਸਪੈਂਡ ਕਰ ਦਿੰਦਾ। ਦੈਟ ਮੀਨਸ ਕਿ ਉਹਦੀ ਇਨਕਮ ਕੀ ਹੋਏਗੀ, ਅਗਰ ਇਨੀਸ਼ੀਅਲ ਪ੍ਰਾਈਜ਼ ਲਾਈਨ AB ਹੈ ਇਸ ਲਈ ਪ੍ਰਾਈਜ਼ ਲਾਈਨ ਕੀ ਬਣੇਗੀ AB, ਅਤੇ ਇਸ ਲਈ OA ਅਤੇ OB ਇਨ ਟਰਮ ਆਫ ਔਰੇਂਜ ਅਤੇ ਐਪਲ ਦੇ ਵਿੱਚ ਅਸੀਂ ਉਸਦੀ ਇਨਕਮ ਨੂੰ ਮੇਜ਼ਰ ਕਰਦੇ ਹਾਂ। ਦੈਟ AB ਕੀ ਆ, ਪ੍ਰਾਈਜ਼ ਲਾਈਨ। ਕੰਜ਼ਿਊਮਰ ਇਕੁਲਿਬਰੀਅਮ ਵਿੱਚ ਕਿਸ ਕੰਡੀਸ਼ਨ 'ਤੇ ਹੋਏਗਾ, ਜਦੋਂ AB ਪ੍ਰਾਈਜ਼ ਲਾਈਨ IC1 ਇਨ ਡਿਫਰੈਂਸ ਕਰਵ ਨੂੰ ਕਿਸ ਜਗ੍ਹਾ 'ਤੇ ਕੱਟ ਕਰ ਰਹੀ ਹੈ, ਟੱਚ ਕਰ ਰਹੀ ਆ E ਪੁਆਇੰਟ 'ਤੇ। ਦੈਟ ਮੀਨਸ ਇਸ ਪੁਆਇੰਟ 'ਤੇ ਕੰਜ਼ਿਊਮਰ ਕੀ ਆ, ਇਕੁਲਿਬਰੀਅਮ ਵਿੱਚ ਆ। ਜਦੋਂ ਕੰਜ਼ਿਊਮਰ ਦੀ ਇਨਕਮ ਇਨਕਰੀਜ਼ ਕਰਦੀ ਆ ਉਸ ਦਾ ਜਿਹੜਾ ਇਕੁਲਿਬਰੀਅਮ ਪੁਆਇੰਟ ਉਹ ਕੀ ਸ਼ਿਫਟ ਹੋ ਜਾਂਦਾ ਆ E ਟੂ E1 ਪੁਆਇੰਟ 'ਤੇ, ਕਿਉਂਕਿ ਜਦੋਂ ਕੰਜ਼ਿਊਮਰ ਦੀ ਇਨਕਮ ਇਨਕਰੀਜ਼ ਕਰਦੀ ਹੈ ਉਸ ਨਾਲ ਜਿਹੜੀ ਪ੍ਰਾਈਸ ਲਾਈਨ ਕੀ ਆ ਸ਼ਿਫਟ ਕਰਕੇ ਅਪਵਰਡ ਹੋ ਜਾਂਦੀ ਹੈ, ਦੈਟ ਇਜ਼ C ਐਂਡ D, ਅਤੇ ਉਸ ਕਾਰਨ ਜਿਹੜੀ ਇਨਡਿਫਰੈਂਸ ਕਰਵ ਵੀ ਅਪਵਰਡ ਸ਼ਿਫਟ ਹੁੰਦੀ ਹੈ IC1। ਇਸ ਕਾਰਨ ਕੰਜ਼ਿਊਮਰ ਹੁਣ ਕਿਸ ਪੁਆਇੰਟ 'ਤੇ ਇਕੁਲਿਬਰੀਅਮ ਹੋਗਾ, ਦੈਟ ਇਜ਼ E1 ਪੁਆਇੰਟ 'ਤੇ। ਵਿਦ ਡਿਕਰੀਜ਼ ਇਨ ਇਨਕਮ ਕੰਜ਼ਿਊਮਰ ਦੀ ਜਿਹੜੀ ਪ੍ਰਾਈਜ਼ ਲਾਈਨ ਆ ਉਹ ਸ਼ਿਫਟ ਕਰਕੇ ਕਿੱਥੇ ਚਲ ਜਾਂਦੀ ਆ, ਡਾਊਨਵਰਡ, ਦੈਟ ਇਜ਼ E ਐਂਡ F। ਜਿਹੜੀ EF ਅਤੇ IC2 ਇਨਡਿਫਰੈਂਸ ਕਰਵ ਨੂੰ E2 ਪੁਆਇੰਟ 'ਤੇ ਟੱਚ ਕਰ ਰਹੀ ਆ। ਜਦੋਂ ਅਸੀਂ E1 E2 E ਅਤੇ E1 ਪੁਆਇੰਟਸ ਨੂੰ ਜੁਆਇੰਟ ਕਰਦੇ ਹਾਂ ਅਤੇ ਸਾਡੇ ਕੋਲ ਕਿਹੜੀ ਲਾਈਨ ਬਣ ਜਾਣੀ, ਦੈਟ ਇਜ਼ ਇਨਕਮ ਕੰਜ਼ੰਪਸ਼ਨ ਕਰਵ। ਇਨਕਮ ਕੰਜ਼ੰਪਸ਼ਨ ਕਰਵ ਸ਼ੋ ਕੀ ਕਰਦੀ ਆ, ਕੁਆਂਟੀਟੀਜ਼ ਆਫ ਐਪਲ ਐਂਡ ਔਰੇਂਜ ਜੋ ਕਿ ਕੰਜ਼ਿਊਮਰ ਬਾਈ ਕਰਦਾ ਡਿਫਰੈਂਟ ਲੈਵਲ ਆਫ ਇਨਕਮ। ਦੈਟ ਮੀਨਸ ਕਿ ਜਦੋਂ ਕੰਜ਼ਿਊਮਰ ਦੀ ਇਨਕਮ ਸਪੋਜ਼ 10 ਸੀ ਤਾਂ ਉਹ ਕੀ ਪਰਚੇਜ਼ ਕਰਦਾ ਸੀਗਾ, ਇਸ ਕੁਆਂਟਿਟੀ ਨੂੰ ਪਰਚੇਜ਼ ਕਰਦਾ ਸੀ। ਜਦੋਂ ਇਨਕਮ ਇਨਕਰੀਜ਼ ਹੋਈ ਉਹ ਜ਼ਿਆਦਾ ਪਰਚੇਜ਼ ਕਰਨ ਲੱਗ ਪਿਆ, ਜਦੋਂ ਇਨਕਮ ਘੱਟ ਹੋਈ ਉਸਦੀ ਪਰਚੇਜ਼ ਵੀ ਘੱਟ ਹੋ ਗਈ। ਦੈਟ ਮੀਨ ਡਿਫਰੈਂਟ ਲੈਵਲ ਆਫ ਇਨਕਮ 'ਤੇ ਕਿ ਡਿਫਰੈਂਟ ਕੁਆਂਟੀਟੀਜ਼ ਨੂੰ ਪਰਚੇਜ਼ ਕਰ ਰਿਹਾ ਐਪਲ ਐਂਡ ਔਰੇਂਜ ਨੂੰ, ਉਹ ਕੀ ਸ਼ੋ ਕਰਦਾ, ਇਨਕਮ ਕੰਜ਼ੰਪਸ਼ਨ ਕਰਵ। ਨੈਕਸਟ ਇਜ਼ ਸਲੋਪ ਆਫ ਦੀ ਕਰਵ। ਇਨਕਮ ਕੰਜ਼ੰਪਸ਼ਨ ਕਰਵ ਦੀ ਜਿਹੜੀ ਸਲੋਪ ਨੋਰਮਲ ਗੁੱਡਸ ਦੇ ਵਿੱਚ ਇਸਦੀ ਜਿਹੜੀ ਸਲੋਪ ਹੁੰਦੀ ਉਹ ਪੋਜ਼ੀਟਿਵ ਹੁੰਦੀ ਆ, ਬਟ ਇਟ ਇਜ਼ ਨੈਗੇਟਿਵ ਇਨ ਕੇਸ ਆਫ ਇਨਫੀਰੀਅਰ ਗੁੱਡਸ। ਇਨਫੀਰੀਅਰ ਗੁੱਡਸ ਦੇ ਕੇਸ ਵਿੱਚ ਜਿਹੜੀ ਸਲੋਪ ਆ ਉਹ ਨੈਗੇਟਿਵ ਹੁੰਦੀ ਆ। ਫਸਟ ਇਜ਼ ਪੋਜ਼ੀਟਿਵ ਸਲੋਪ। ਜਿਹੜੀ ਇਨਕਮ ਕੰਜ਼ੰਪਸ਼ਨ ਕਰਵ ਦੀ ਜਿਹੜੀ ਸਲੋਪ ਆ ਉਹ ਨੋਰਮਲ ਗੁੱਡਸ ਦੇ ਵਿੱਚ ਕੀ ਹੁੰਦੀ ਆ, ਪੋਜ਼ੀਟਿਵ। ਫਿਗਰ 22 ਦੇ ਵਿੱਚ ਸ਼ੋ ਕੀਤਾ ਗਿਆ ਕਿ ਜਿਹੜੀਆਂ ਬੋਥ ਗੁੱਡਸ ਆ, ਕੋਮੋਡਿਟੀ X ਐਂਡ ਕੋਮੋਡਿਟੀ Y, ਦੈਟ ਮੀਨਸ X ਐਂਡ Y ਦੋ ਗੁੱਡਸ ਆ, ਦੋਨੋਂ ਗੁੱਡਸ ਕੀ ਆ, ਨੋਰਮਲ ਗੁੱਡਸ ਆ। ਦੋਨੋਂ ਗੁੱਡਸ ਦੀ ਜਿਹੜੀ ਡਿਮਾਂਡ ਉਹ ਇਨਕਰੀਜ਼ ਕਰੇਗੀ। ਜਦੋਂ ਇਨਕਮ ਇਨਕਰੀਜ਼ ਕਰੇਗੀ ਤਾਂ ਜਿਹੜੀ ਨੋਰਮਲ ਗੁੱਡਸ ਸੀ ਡਿਮਾਂਡ ਵੀ ਜ਼ਿਆਦਾ ਹੋਏਗੀ, ਉਹਨਾਂ ਦੀ ਕੰਜ਼ੰਪਸ਼ਨ ਵੀ ਜ਼ਿਆਦਾ ਹੋਏਗੀ, ਇਸ ਲਈ ਉਹਨਾਂ ਦੀ ਸਲੋਪ ਕੀ ਹੋਏਗੀ ਇਨਕਮ ਕੰਜ਼ੰਪਸ਼ਨ ਕਰਵ ਦੀ, ਇਨ ਕੇਸ ਆਫ ਨੋਰਮਲ ਗੁੱਡਸ ਪੋਜ਼ੀਟਿਵ ਹੋਏਗੀ, ਦੈਟ ਇਜ਼ ਅਪਵਰਡ ਸਲੋਪ। ਨੈਕਸਟ ਇਜ਼ ਨੈਗੇਟਿਵ ਸਲੋਪ। ਨੈਗੇਟਿਵ ਸਲੋਪ ਕਦੋਂ ਹੋਏਗੀ, ਜਦੋਂ ਇਨਕਮ ਕੰਜ਼ੰਪਸ਼ਨ ਕਰਵ ਨੈਗੇਟਿਵ ਉਸ ਟਾਈਮ ਹੋਏਗੀ ਜਦੋਂ ਗੁੱਡਸ ਕੀ ਹੋਏਗੀਆਂ, ਇਨਫੀਰੀਅਰ, ਦੈਟ ਮੀਨਸ ਲੋ ਕੁਆਲਿਟੀ ਦੀਆਂ। ਇਟ ਮੀਨਸ ਕਿ ਜਿਹੜੀ ਇਨਫੀਰੀਅਰ ਗੁੱਡਸ ਆ ਅਸੀਂ ਉਸਦੀ ਘੱਟ ਕੁਆਂਟਿਟੀ ਨੂੰ ਬਾਊਟ ਕਰਾਂਗੇ ਕਿ ਜਦੋਂ ਉਸਦੀ ਇਨਕਮ ਕੰਜ਼ਿਊਮਰ ਦੀ ਜ਼ਿਆਦਾ ਹੋਏਗੀ। ਜਦੋਂ ਕੰਜ਼ਿਊਮਰ ਦੀ ਇਨਕਮ ਜ਼ਿਆਦਾ ਹੋਏਗੀ ਇਹਨਾਂ ਦੀ ਡਿਮਾਂਡ ਕੀ ਹੋਏਗੀ, ਘੱਟ ਹੋਏਗੀ। ਫਿਗਰ 23 ਦੇ ਵਿੱਚ ਦੇਖੋ ਜਿਹੜੀ OX ਐਕਸਿਸ 'ਤੇ ਆ ਜਿਹੜੀ ਕੋਮੋਡਿਟੀ ਆ, X ਕੋਮੋਡਿਟੀ, ਉਹ ਇੱਕ ਇਨਫੀਰੀਅਰ ਗੁੱਡਸ ਆ, ਐਂਡ OY ਐਕਸਿਸ 'ਤੇ ਜਿਹੜੀ Y ਗੁੱਡਸ ਆ ਉਹ ਕੀ ਇੱਕ ਨੋਰਮਲ ਗੁੱਡਸ ਆ। ਠੀਕ ਹੈ, ਦੋ ਗੁੱਡਸ ਆ, X ਇਨਫੀਰੀਅਰ ਗੁੱਡਸ ਆ ਐਂਡ Y ਇਜ਼ ਏ ਨੋਰਮਲ ਗੁੱਡਸ। ਇਨੀਸ਼ੀਅਲ ਜਿਹੜੀ ਬਜਟ ਲਾਈਨ ਆ AB ਆ, IC1 E ਪੁਆਇੰਟ 'ਤੇ ਕੱਟ ਕਰ ਰਿਹਾ। ਠੀਕ ਆ, ਇਨੀਸ਼ੀਅਲ, ਦੈਟ ਮੀਨਸ ਕਿ ਇਸ ਜਗ੍ਹਾ 'ਤੇ ਜਿਹੜੀ ਕੰਜ਼ਿਊਮਰ ਦੀ ਇਨਕਮ ਆ ਉਹ ਕੀ ਕਰ ਰਿਹਾ, ਇਨਫੀਰੀਅਰ ਗੁੱਡਸ ਦੀ OM ਕੁਆਂਟਿਟੀ ਪਰਚੇਜ਼ ਕਰ ਰਿਹਾ ਆ ਐਂਡ ਨੋਰਮਲ ਗੁੱਡਸ ਦੀ ON। ਸਪੋਜ਼ ਕੰਜ਼ਿਊਮਰ ਦੀ ਇਨਕਮ ਇਨਕਰੀਜ਼ ਕੀਤੀ, ਬਟ ਪ੍ਰਾਈਜ਼ ਲਾਈਨ ਸ਼ਿਫਟ ਕਰਕੇ ਕੀ ਹੋਗੀ, C ਐਂਡ D। ਠੀਕ ਹੈ, ਪ੍ਰਾਈਜ਼ ਲਾਈਨ ਸ਼ਿਫਟ ਕਰਕੇ ਇਨਡਿਫਰੈਂਸ ਕਰਵ ਵੀ ਅਪਵਰਡ ਸਲੋਪ ਕਰੇਗੀ IC2 ਇਨਡਿਫਰੈਂਸ ਕਰਵ ਬਜਟ ਲਾਈਨ ਨੂੰ E1 ਪੁਆਇੰਟ ਉੱਤੇ ਟੱਚ ਕਰ ਰਹੀ ਆ। ਉਸ ਤੋਂ ਕੀ ਸ਼ੋ ਹੋ ਰਿਹਾ ਕਿ ਜਦੋਂ ਕੰਜ਼ਿਊਮਰ ਦੀ ਇਨਕਮ ਇਨਕਰੀਜ਼ ਕੀਤੀ ਤਾਂ ਉਸਨੇ ਜਿਹੜੀ ਆਪਣੀ ਇਨਫੀਰੀਅਰ ਗੁੱਡਸ ਦੀ ਕੁਆਂਟਿਟੀ ਘਟਾ ਦਿੱਤੀ। ਦੈਟ ਮੀਨਸ ਨੈਗੇਟਿਵ ਹੋ ਗਿਆ ਨਾ ਕਿ ਇਨਕਮ ਇਨਕਰੀਜ਼ ਕੀਤੀ, ਇਨਫੀਰੀਅਰ ਗੁੱਡਸ ਦੀ ਡਿਮਾਂਡ ਘੱਟ ਗਈ, ਬਟ ਇਨਕਮ ਇਨਕਰੀਜ਼ ਹੋਣ ਦੇ ਨਾਲ ਕੀ ਹੋਇਆ, ਨੋਰਮਲ ਗੁੱਡਸ ਦੀ ਡਿਮਾਂਡ ਕੀ ਹੋ ਗਈ, ਵੱਧ ਗਈ, ਦੈਟ ਇਜ਼ N1 ਹੋ ਗਈ। ਸਪੋਜ਼ ਕੰਜ਼ਿਊਮਰ ਦੀ ਇਨਕਮ ਹੋਰ ਜ਼ਿਆਦਾ ਇਨਕਰੀਜ਼ ਹੋ ਗਈ, ਪ੍ਰਾਈਸ ਲਾਈਨ ਸ਼ਿਫਟ ਕਰਕੇ GH ਹੋ ਗਈ। ਹੁਣ IC3
किस जगह ते कट कर रहा E2 ਤੇ, जिस तो की शो रहा कि ਜਦੋਂ ਕੰਜ਼ਿਊਮਰ ਦੀ ਇਨਕਮ ਹੋਰ ਜ਼ਿਆਦਾ ਇਨਕਰੀਜ਼ ਹੋਈ ਇਨਫੀਰੀਅਰ ਗੁड्स ਦੀ ਕੁਆਂਟੀਟੀ ਹੋਰ ਘਟ ਕੇ ਕਿੰਨੀ ਹੋਗੀ OM2। ठीक है, नॉर्मल गुड्स की डिमांड बढ़ के कितनी होगी N2। दैट मीनस कि जो कंज्यूमर की इनकम बढ़ती जाती है उन्होंने इनफीरीयर गुड्स की डिमांड घटती जाती है, क्योंकि वो इनवर्स रिलेशन है। तो जो कंज्यूमर की इनकम बढ़ती जाती है तो नॉर्मल गुड्स की डिमांड बढ़ती जाती है। जो हम असी E1 तो E2 पॉइंट नूं एक दूसरे के नाल जॉइंट करते हैं तो साढ़े कोल किहड़ी करव बन जाएगी, दैट इज़ इनकम कंजम्पशन करव आ, जो कि आ डाउनवर्ड स्लोप आ। इस करके इनकम कंजम्पशन करव डाउनवर्ड स्लोपिंग कदों होएगी, इन केस ऑफ इनफीरियर गुड्स। नेक्स्ट इज एंगल्स कर्व। एन एंगल्स कर्व इज ए लोकस ऑफ पॉइंट relating to equilibrium quantity of same good and level of money income. In other words, ये कर्व की इंडिकेट्स कर दिया कि एक कंज्यूमर डिफरेंट लैवल ऑफ हिज इनकम ते किसी गुड्स दियां किन्नी क्वांटिटी नू परचेज कर दिया। हाउ मच क्वांटिटी ऑफ ए कमोडिटी ए कंज्यूमर विल कंज्यूम एट डिफरेंट लैवल ऑफ हिज इनकम इन ऑर्डर टू बी इन इक्विलिब्रियम। OX एक्सिस से कमोडिटी X नू मेजर किया, OY ते इनकम नू। सपोज कंज्यूमर दी इनकम I1 आ, OI1 तो क्वांटिटी कितनी परचेज कर रहा OQ1। कंज्यूमर दी इनकम इनक्रीज़ की OI2 हो गई। ठीक है, कंज्यूमर दी इनकम इन्नी इनक्रीज़ हुई, कंज्यूमर दी क्वांटिटी इनकम इनक्रीज़ होने दे नाल उसने X की क्वांटिटी भी इनक्रीज़ की, दैट इज़ ओ की हुई OQ। गुड्स की क्वांटिटी इनक्रीज़ हो गए OQ2 हो गई। जो असी ए ते B की रैप्रजेंट कर रहे हैं, पॉइंट ऑफ इक्विलिब्रियम नू, कंज्यूमर के इक्विलिब्रियम लैवल नू रैप्रजेंट कर रहे हैं। जो असी दोनों पॉइंट्स नू ज्वाइन कर देंगे हैं, ई करव बनती है, उस करव नू की कहते हैं एंगल्स करव। इस करव तो शो आ कि जो इनकम लैवल इनक्रीज़ करता है, जी क्वांटिटी ऑफ गुड्स X इनक्रीज़ की आ, बट इनक्रीज़ की है डिमिनिशिंग रेट पर। दैट मीनस कि जिन्ना इनकम दे विच चेंज आया, क्वांटिटी विच चेंज तो आया बट उसके नालों थोड़ा घट आया। दैट मीन देखो इस इनकम ज़्यादा चेंज हुई आ बट डिमांड वधी है, इनक्रीज़ की आ, बट उसके नालों घट। जी ये सिचुएशन है, दिस सिचुएशन इज़ पॉसीबल इन केस ऑफ नसैसरीज ऑफ लाइफ। जो नसैसरी गुड्स के विच ये सिचुएशन पॉसीबल है कि जो साडी इनकम बहुत ज़्यादा वध जाती है, असी अपनी नसैसरी गुड्स नू एक लिमिट तक वधा पाते, उस तो बाद ज़्यादा उसकी डिमांड नहीं करते। दैट मीन दिस सिचुएशन इज़ पॉसीबल इन केस ऑफ नसैसरी ऑफ लाइफ।